ਰੋਜ਼ਾਨਾ ਲੋਕਨਾਥ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕੁਝ ਵੱਡੀਆਂ ਤੇ ਅਹਿਮ ਖਬਰਾਂ ਦੇ ਉੱਪਰ ਤੇ ਇਹਨਾਂ ਖਬਰਾਂ ਦੇ ਉੱਪਰ ਵਿਚਾਰ ਚਰਚਾ ਲਈ ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਰਹਿਣਗੇ ਪ੍ਰੋਫੈਸਰ PS ਭੁੱਗਲ ਸਾਹਿਬ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਭੁੱਗਲ ਸਾਹਿਬ ਦਾ ਸਵਾਗਤ ਕਰ ਲੈਂਦੇ ਆ। ਭੁੱਗਲ ਸਾਹਿਬ, ਸਵਾਗਤ ਹੈ ਰੋਜ਼ਾਨਾ ਲੋਕਨਾਥ ਟੀਵੀ ਤੇ। ਧੰਨਵਾਦ ਸੁਖਵਿੰਦਰ, ਔਰ ਸਾਡੇ ਸਾਰੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਸਵਾਗਤ। ਅੱਜ ਫਰਵਰੀ ਮਹੀਨੇ ਦੀ ਪਹਿਲੀ ਤਾਰੀਖ ਹੈ ਔਰ ਯੂਨੀਅਨ ਬਜਟ ਅੱਜ ਪੇਸ਼ ਹੋਣਾ। ਸੋ ਮੈਂ ਚਾਹਾਂਗਾ ਭੁੱਗਲ ਸਾਹਿਬ ਆਪਾਂ ਕਿਸਾਨ ਅੰਦੋਲਨ ਤੋਂ ਗੱਲਬਾਤ ਕਰਨ ਤੋਂ ਪਹਿਲਾਂ ਜਿਹੜੀ ਸਰਕਾਰ ਅੱਜ ਬਜਟ ਪੇਸ਼ ਕਰਨ ਜਾ ਰਹੀ ਹੈ, ਹਮੇਸ਼ਾ ਦੇਸ਼ ਦੇ ਵਾਸੀਆਂ ਨੂੰ ਜਿਹੜੀਆਂ ਉਮੀਦਾਂ ਰਹਿੰਦੀਆਂ ਨੇ, ਪਰ ਸਰਕਾਰ ਹਮੇਸ਼ਾ ਬਜਟ ਦੇ ਵਿੱਚ ਝਟਕਾ ਹੀ ਲੋਕਾਂ ਦੇ ਲਈ ਲੈ ਕੇ ਆਉਂਦੀ ਹੈ। ਤੇ ਉਸ ਮਸਲੇ ਤੇ ਪਹਿਲਾਂ ਮੈਂ ਚਾਹੁੰਦਾ ਆਪਾਂ ਗੱਲਬਾਤ ਕਰ ਲਈਏ ਕਿ ਜਿਹੜਾ ਬਜਟ ਲੈ ਕੇ ਆ ਰਹੀ ਹੈ ਸਰਕਾਰ, ਨਿਰਮਲਾ ਸੀਤਾਰਾਮਨ ਨੇ ਅੱਜ 11 ਵਜੇ ਬਜਟ ਪੇਸ਼ ਕਰਨਾ ਸੰਸਦ ਦੇ ਵਿੱਚ, ਤਾਂ ਕਿਵੇਂ ਦੇਖਦੇ ਹੋ ਕਿ ਕਿੰਨੀਆਂ ਕੁ ਉਮੀਦਾਂ ਰੱਖੀਆਂ ਜਾਣ ਲੋਕਾਂ? ਮੈਂ ਨਹੀਂ ਸਮਝਦਾ ਕਿ ਉਮੀਦਾਂ ਰੱਖਣ ਦੀ ਕੋਈ ਸੰਭਾਵਨਾ ਹੈ, ਕਿਉਂਕਿ ਸਰਕਾਰ ਕੋਲ ਤਾਂ ਘੜਿਆ ਘੜਾਇਆ ਇੱਕ ਇਸ ਵੇਲੇ ਬਹਾਨਾ ਇਹ ਵੀ ਹੈ ਕਿ ਪਿਛਲਾ ਸਾਰਾ ਸਾਲ ਕੋਵਿਡ ਦੇ ਚਲਦੇ ਸਾਡੀ ਜਿਹੜੀ ਅਰਥ ਵਿਵਸਥਾ ਹੈ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਤੋ ਸਰਕਾਰ ਤਾਂ ਮੈਨੂੰ ਲੱਗਦਾ ਕਿ ਨਵੇਂ ਟੈਕਸ ਲਾਉਣ ਦੀ ਤਿਆਰੀ 'ਚ ਹੋਏਗੀ। ਸਾਨੂੰ ਜ਼ਿਆਦਾ ਭਾਰ ਬਰਦਾਸ਼ਤ ਕਰਨ ਲਈ ਤਿਆਰ ਹੋਣਾ ਪੈਣਾ। ਬਾਕੀ ਥੋੜਾ ਬਹੁਤਾ ਜਿਹੜੀ ਹੈ ਇੱਧਰ ਉੱਧਰ ਜਿਹਨੂੰ ਜਗਲਰੀ ਕਰਕੇ ਕੁਛ ਕਿਸੇ ਪਾਸਿਓਂ ਕੁਛ ਹਟਾ ਕੇ ਕੋਈ ਇਨਵੈਸਟਮੈਂਟ ਦੇ ਖਰਚੇ ਕੋਈ ਕਰ ਦੇਵੇ, ਕੁਛ ਹੋਰ ਵਧਾ ਦੇਵੇ। ਸੋ ਕੁੱਲ ਮਿਲਾ ਕੇ ਮੈਨੂੰ ਨਹੀਂ ਲੱਗਦਾ, ਕਿਉਂਕਿ ਰਿਸੈਸ਼ਨ ਚੱਲਦਾ ਰਿਹਾ ਇਕੋਨਮੀ 'ਚ, ਜਿਹੜਾ ਹੈ ਇਕੋਨਮੀ ਸਾਡੀ ਥੱਲੇ ਗਿਰੀ ਹੈ ਪਿਛਲੇ ਸਾਲ 'ਚ, ਤੇ ਹਮੇਸ਼ਾ ਉਦੋਂ ਲੋਕਾਂ ਨੂੰ ਬੈਨੀਫਿਟਸ ਦਿੱਤੇ ਜਾਂਦੇ ਜਦੋਂ ਇਕੋਨਮੀ ਜਿਹੜੀ ਹੈ ਅਰਥ ਵਿਵਸਥਾ ਜਿਹੜੀ ਹੈ ਉਹ 'ਚ ਕੋਈ ਇੰਪਰੂਵਮੈਂਟ ਆਈ ਹੋਵੇ, ਸੁਧਾਰ ਆਈ ਹੋਵੇ। ਸੋ ਹੁਣ ਤਾਂ ਸਰਕਾਰ ਕਹੇਗੀ ਕਿ ਪਿਛਲੇ ਸਾਲ ਕੋਵਿਡ ਦੇ ਕਰਕੇ ਸਾਡੀ ਅਰਥ ਵਿਵਸਥਾ ਗਿਰੀ ਹੈ, ਇਸ ਕਰਕੇ ਸਾਨੂੰ ਜਿਹੜੇ ਹੈ ਮਜਬੂਰਨ ਕੋਈ ਕਰ ਲਗਾਉਣੇ ਪੈਣੇ ਹੈ, ਛੋਟੇ ਮੋਟੇ ਕਰ ਲਗਾਏ ਜਾਣਗੇ। ਔਰ ਜਿਹੜੀ ਕੋਈ ਮੱਧ ਵਰਗ ਨੂੰ ਮਾੜੀ ਮੋਟੀ ਉਮੀਦ ਹੁੰਦੀ ਹੈ ਕਿ ਕੋਈ ਕਰਾਂ ਦੇ ਵਿੱਚ ਰਾਹਤ ਦਿੱਤੀ ਜਾਏਗੀ, ਖਾਸ ਤੌਰ ਤੇ ਇਨਕਮ ਟੈਕਸ ਵਗੈਰਾ ਦੇ ਵਿੱਚ, ਉਸ ਦੀ ਤਾਂ ਬਿਲਕੁਲ ਕੋਈ ਸੰਭਾਵਨਾ ਮੈਨੂੰ ਨਜ਼ਰ ਨਹੀਂ ਆਉਂਦੀ। ਬਾਕੀ ਆਪਾਂ ਸ਼ਾਮ ਤੱਕ ਜਿਹੜਾ ਹੈ ਦੇਖਦੇ ਹਾਂ, ਕੱਲ ਇਸ ਦਾ ਆਪਾਂ ਕੰਪਲੀਟ ਇਹਦਾ ਜਾਇਜ਼ਾ ਲਵਾਂਗੇ ਕਿ ਬਜਟ ਦੇ ਵਿੱਚ ਯਾਨੀ ਆਪਾਂ ਕਹਿ ਸਕਦੇ ਹਾਂ ਕਿ 3 ਕਾਨੂੰਨਾਂ ਦੇ ਨਾਲ ਜਿਹੜਾ ਹੈਗਾ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਮਾਰ ਪਾਈ ਗਈ ਹੈ, ਤੇ ਉਹ ਤੋਂ ਜਿਹੜੇ ਬਾਹਰ ਰਹਿੰਦੇ ਲੋਕ ਨੇ ਉਹਨਾਂ ਨੂੰ ਬਜਟ ਦੇ ਨਾਲ ਪਾਈ ਜਾ ਸਕਦੀ ਹੈ, ਕਰ ਦੇ ਨਾਲ ਪਾਈ ਸਕਦੀ ਹੈ, ਨਵੇਂ ਟੈਕਸਾਂ ਦੇ ਨਾਲ ਪਾਈ ਜਾ ਸਕਦੀ ਹੈ। ਜੀ ਤਾਂ ਹੁਣ ਗੱਲਬਾਤ ਕਰ ਲੈਂਦੇ ਹਾਂ ਕਿਸਾਨ ਅੰਦੋਲਨ ਦੀ। ਕਿਸਾਨ ਅੰਦੋਲਨ ਦੇ ਵਿੱਚ ਜੋ ਕੁਝ ਅੱਜ ਕੱਲ੍ਹ ਵਾਪਰ ਰਿਹਾ, ਸਭ ਤੋਂ ਪਹਿਲਾਂ ਤਾਂ ਆਪਾਂ ਆਪਣੇ ਦਰਸ਼ਕਾਂ ਨੂੰ ਫਿਲਹਾਲ ਦੀ ਜਿਹੜੀ ਉੱਥੋਂ ਦੀ ਮੌਜੂਦਾ ਸਥਿਤੀ ਹੈ ਉਹਦੇ ਬਾਰੇ ਦੱਸ ਦਈਏ। ਮੌਜੂਦਾ ਸਥਿਤੀ ਇਹ ਹੈ ਕਿ ਜਿਸ ਤਰ੍ਹਾਂ ਆਪਾਂ ਲਗਾਤਾਰ ਪਿਛਲੇ 2 ਦਿਨ ਤੋਂ ਗੱਲ ਕਰ ਰਹੇ ਹਾਂ ਕਿ ਗਾਜ਼ੀਪੁਰ ਬੈਰੀਅਰ ਜਿਹੜਾ ਹੈ ਉੱਥੇ ਜਿਹੜਾ ਉਹ ਇੱਕ ਸੈਂਟਰ ਬਣ ਗਿਆ ਹੈ ਇਸ ਵੇਲੇ ਕਿਸਾਨ ਅੰਦੋਲਨ ਦਾ। ਸਾਰੇ ਯੂਪੀ ਤੋਂ ਔਰ ਦੂਸਰੇ ਭਾਗਾਂ ਤੋਂ, ਈਵਨ ਪੰਜਾਬ ਦੇ ਲੋਕ ਵੀ ਜਿਹੜੇ ਹੈ ਉੱਥੇ ਜਾ ਕੇ ਇਕੱਠੇ ਹੋ ਰਹੇ ਨੇ, ਔਰ ਚੌਧਰੀ ਰਾਕੇਸ਼ ਟਿਕੈਤ ਨਾਲ ਜਿਹੜੀ ਹੈ ਸੋਲੀਡੈਰਿਟੀ, ਉਹਨਾਂ ਨਾਲ ਇੱਕ ਜੁਟਤਾ ਜਿਹੜੀ ਹੈ ਉਹ ਦਰਸਾ ਰਹੇ ਨੇ। ਅੱਜ ਵੀ ਜਿਹੜੀ ਹੈ ਉਹ ਕੁਛ ਲੋਕਾਂ ਦੇ ਉੱਥੇ ਜਾਣ ਦੀ ਉਮੀਦ ਹੈ। ਪੰਜਾਬ ਤੋਂ ਕੁਛ ਰਾਜਨੀਤਿਕ ਨੇਤਾ ਵੀ ਜਿਹੜੇ ਹੈ ਉੱਥੇ ਜਾਣੇ ਸ਼ੁਰੂ ਹੋ ਗਏ ਹੈ। ਔਰ ਥੋੜਾ ਜਿਹਾ ਜਿਹੜਾ ਇੱਕ ਗੱਲ ਆਈ ਹੈ ਕਿ ਕੁਛ ਲੋਕਾਂ ਨੇ ਕਿਹਾ ਕਿ ਉੱਥੇ ਪੋਲੀਟੀਕਲ ਲੀਡਰਸ ਨੂੰ ਨਹੀਂ ਸਟੇਜ ਦੇ ਉੱਤੇ ਆਉਣ ਦੇਣਾ ਚਾਹੀਦਾ, ਲੇਕਿਨ ਉੱਥੇ ਇਹ ਸਾਰਾ ਕੁਛ ਫਿਲਹਾਲ ਹੋ ਰਿਹਾ ਹੈ। ਕਿਸਾਨ ਅੰਦੋਲਨ ਦੇ ਵਿੱਚ ਲੋਕਾਂ ਦੀ ਸ਼ਮੂਲੀਅਤ ਵੱਧਦੀ ਜਾ ਰਹੀ ਹੈ, ਖਾਸ ਤੌਰ ਤੇ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਪਿਛਲੇ 2 ਦਿਨਾਂ ਤੋਂ ਯੂਪੀ ਦੇ ਵਿੱਚ ਬਹੁਤ ਜ਼ਿਆਦਾ ਮੋਬਿਲਾਈਜੇਸ਼ਨ ਹੋ ਰਹੀ ਹੈ। ਬਾਗਪਤ ਵਿੱਚ ਜਿਹੜੀ ਹੈ ਮਹਾਪੰਚਾਇਤ ਹੋਣੀ ਸੀ, ਹੁਣ ਇਸ ਤਰ੍ਹਾਂ ਬਿਜਨੌਰ ਦੇ ਵਿੱਚ ਵੀ ਇੱਕ ਮਹਾਪੰਚਾਇਤ ਹੋ ਰਹੀ ਹੈ। ਸਾਰੀ ਕਵਾਇਦ ਹੋ ਰਹੀ ਹੈ ਕਿ ਕਿਸ ਤਰ੍ਹਾਂ ਵੱਧ ਤੋਂ ਵੱਧ ਲੋਕਾਂ ਨੂੰ ਮੋਬਿਲਾਈਜ਼ ਕਰਕੇ ਕਿਸਾਨ ਅੰਦੋਲਨ ਵਾਲੇ ਪਾਸੇ ਤੋਰਿਆ ਜਾਵੇ। ਇਸੇ ਤਰ੍ਹਾਂ ਪੰਜਾਬ ਵਿੱਚੋਂ ਵੀ ਲੋਕ ਜਿਹੜੇ ਹੈ ਉਹ ਸਿੰਘੂ ਬੈਰੀਅਰ ਦੇ ਉੱਤੇ ਜਾ ਰਹੇ ਨੇ। ਟਿਕਰੀ ਬੈਰੀਅਰ ਤੇ ਆਲਰੇਡੀ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ 'ਚ ਲੋਕ ਉੱਥੇ ਡਟੇ ਹੋਏ ਨੇ। ਲੇਕਿਨ ਸਿੰਘੂ ਬੈਰੀਅਰ ਤੋਂ ਖਬਰ ਥੋੜੀ ਜਿਹੀ ਮਿਲ ਰਹੀ ਹੈ ਕਿ ਉੱਥੇ ਸਰਕਾਰ ਹਾਲੇ ਵੀ ਸ਼ਰਾਰਤ ਦੇ ਮੂਡ ਦੇ ਵਿੱਚ ਹੈ। ਕਦੇ ਕੋਈ ਰਸਤਾ ਬੰਦ ਕਰ ਦਿੱਤਾ ਜਾਂਦਾ ਜਾਂ ਉੱਥੇ ਕਦੇ ਰਾਤ ਖਬਰਾਂ ਆਈਆਂ ਨੇ ਉੱਥੋਂ CRPF ਨੇ ਕਹਿੰਦੇ ਰਸਤਾ ਬੰਦ ਕਰ ਦਿੱਤਾ, ਪਥਰਾਓ ਵੀ ਹੁੰਦਾ। ਹਾਂ, ਉਹ ਸਿੰਘੂ ਬੈਰੀਅਰ ਦੇ ਉੱਤੇ ਜਿਹੜਾ ਹੈ ਉਹ ਸ਼ਰਾਰਤ ਜਿਹੜੀ ਹੈ ਹਜੇ ਵੀ ਸਰਕਾਰੀ ਪੱਖ ਤੋਂ ਜਿਹੜੀ ਹੈ ਹੋ ਰਹੀ ਹੈ। ਇਹ ਬੜੀ ਜਿਹੜੀ ਆਪਣੇ ਆਪ ਦੇ ਵਿੱਚ ਇੱਕ ਵਰਿੰਗ ਸਾਈਨ ਹੈ ਜਿਹੜੀ ਕਿ ਨਹੀਂ ਹੋਣੀ ਚਾਹੀਦੀ। ਔਰ ਸਿੰਘੂ ਬੈਰੀਅਰ ਤੋਂ ਬਹੁਤ ਜ਼ਿਆਦਾ ਖਬਰਾਂ ਵੀ ਨਹੀਂ ਆ ਰਹੀਆਂ ਕਿਉਂਕਿ ਇੰਟਰਨੈਟ ਉੱਥੋਂ ਜਿਹੜਾ ਹੈ ਬੰਦ ਕੀਤਾ ਹੋਇਆ। ਤੋ ਇਸ ਕਰਕੇ, ਲੇਕਿਨ ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਕਿ ਕਿਸਾਨ ਮੋਰਚਾ ਪੂਰੀ ਚੜ੍ਹਦੀ ਕਲਾ ਦੇ ਵਿੱਚ ਹੈ। ਔਰ ਕੱਲ ਆਪਾਂ ਦੇਖਦੇ ਹਾਂ ਕਿ ਨਰਿੰਦਰ ਮੋਦੀ ਨੇ, ਜੋ ਇਸ ਦੇਸ਼ ਦੇ ਪ੍ਰਧਾਨ ਮੰਤਰੀ ਹੈ, ਉਹਨਾਂ ਨੇ ਵੀ ਆਪਣੀ ਜਿਹੜੀ ਹੈ ਉਹ ਮਨ ਕੀ ਬਾਤ ਇੱਕ ਜਿਹੜਾ ਪ੍ਰੋਗਰਾਮ ਕਰਦੇ ਹੁੰਦੇ ਉਹਦੇ 'ਚ ਗੱਲ ਕੀਤੀ। ਲੇਕਿਨ ਮੈਂ ਰੋਕਣਾ ਚਾਹੂੰਗਾ ਕਿ ਆਪਾਂ ਇਹਦੀ ਗਾਜ਼ੀਪੁਰ ਤੇ ਸਿੰਘੂ ਬਾਰਡਰ ਦੀ ਜੇਕਰ ਗੱਲ ਕਰੀਏ, ਜੇਕਰ ਕੱਲ ਦੀਆਂ ਸੋਸ਼ਲ ਮੀਡੀਆ ਦੇ ਉੱਪਰ ਅਸੀਂ ਪੋਸਟਾਂ ਦੇਖੀਏ
ਇਹ ਸਾਡੇ ਵੱਲੋਂ ਜਾਂ ਸਾਡੇ ਚੈਨਲ ਵੱਲੋਂ ਇਹ ਸਵਾਲ ਨਹੀਂ ਹੈ, ਸਵਾਲ ਆਮ ਲੋਕਾਂ ਦਾ ਸੋਸ਼ਲ ਮੀਡੀਆ ਤੇ ਜਿਹੜੀਆਂ ਪੋਸਟਾਂ ਦੇਖਣ ਨੂੰ ਮਿਲ ਰਹੀਆਂ ਨੇ ਉਹ ਗੱਲਾਂ ਇਹ ਹੋ ਰਹੀਆਂ ਨੇ ਉਹਦੇ ਵਿੱਚ ਕਿ ਸਿੰਘੂ ਬਾਰਡਰ ਦੇ ਉੱਪਰ ਨੈਟ ਬੰਦ ਕੀਤਾ ਗਿਆ, ਪੰਜਾਬ ਦੇ ਮੋਰਚੇ ਨੂੰ, ਸਿੰਘੂ ਬਾਰਡਰ ਦੇ ਮੋਰਚੇ ਨੂੰ ਬੈਕ ਸਾਈਡ ਤੇ ਕੀਤਾ ਜਾ ਰਿਹਾ, ਤੇ ਉਧਰ ਗਾਜ਼ੀਪੁਰ ਬਾਰਡਰ ਦੇ ਉੱਪਰ ਉਹਨੂੰ ਹਾਈਪ ਦਿੱਤੀ ਜਾ ਰਹੀ ਹੈ ਤੇ ਇੱਕ ਲੀਡਰ ਦੇ ਤੌਰ ਦੇ ਵਜੋਂ ਰਾਕੇਸ਼ ਟਕੈਤ ਨੂੰ ਉਭਾਰਿਆ ਜਾ ਰਿਹਾ। ਤੇ ਕਿਤੇ ਨਾ ਕਿਤੇ ਪੰਜਾਬ ਦੇ ਲੀਡਰਾਂ ਨੂੰ ਤੇ ਪੰਜਾਬ ਨੂੰ ਇੱਕ ਵਾਰੀ ਫਿਰ ਤੋਂ ਪਿੱਛੇ ਧੱਕਣ ਦੀ ਕੋਸ਼ਿਸ਼ ਹੈ ਕਿ ਸਿਹਰਾ ਪੰਜਾਬ ਦੇ ਸਿਰ ਨਾਲ ਵੱਧ ਜਾਵੇ। ਕਿ ਇਹ ਲੋਕ ਜਿਹੜੇ ਸੋਸ਼ਲ ਮੀਡੀਆ ਦੇ ਉੱਪਰ ਖਦਸ਼ਾ ਜਤਾ ਰਹੇ ਨੇ ਕਿ ਇਹ ਜਾਇਜ਼ ਹੈ, ਇਹ ਜਤਾਉਣਾ ਚਾਹੀਦਾ ਵੀ ਹੈ, ਜਾਂ ਫਿਰ ਇਹ ਆਪਸੀ ਪਾੜ ਪਾਉਣ ਵਾਲੀ ਗੱਲ ਹੈ? ਨਹੀਂ ਦੇਖੋ, ਇੱਕ ਇਸ ਦੇ ਵਿੱਚ ਮੈਂ ਨਹੀਂ ਸਮਝਦਾ ਕਿ ਸਾਨੂੰ ਸ਼ਿਕਾਇਤ ਦਾ ਕੋਈ ਕਾਰਨ ਹੈ। ਸਾਡੀ ਪ੍ਰੋਬਲਮ ਕੀ ਸੀ ਸਿੰਘੂ ਬੈਰੀਅਰ ਦੇ ਉੱਤੇ ਕਿ ਸਾਡੀਆਂ ਕਿਸਾਨ ਜਥੇਬੰਦੀਆਂ, ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਉੱਥੇ ਬੈਠੀਆਂ ਸੀ, ਉਹਨਾਂ ਦਾ ਵਿੱਚੋਂ ਕੋਈ ਵੀ ਇੱਕ ਯੂਨੀਫਾਈਡ ਲੀਡਰਸ਼ਿਪ ਫੇਸ, ਮੈਂ ਬਾਰ-ਬਾਰ ਕਹਿੰਦਾ ਰਿਹਾ ਕਿ ਕੋਈ ਇੱਕ ਜਿਹੜਾ ਹੈ ਲੀਡਰਸ਼ਿਪ ਫੇਸ ਨਹੀਂ ਸੀ ਇਮਰਜ ਕਰ ਰਿਹਾ। ਹਮੇਸ਼ਾ ਹੀ ਜਦੋਂ ਇਸ ਤਰ੍ਹਾਂ ਦੇ ਅੰਦੋਲਨ ਚੱਲਦੇ ਆ ਤਾਂ ਉਹਦਾ ਦੁਨੀਆ ਭਰ 'ਚ ਅਸੀਂ ਦੇਖ ਲਈਏ, ਕਿਤੇ ਨਾ ਕਿਤੇ ਤੁਹਾਨੂੰ ਜੇ ਕੋਈ ਉਹ ਬਲੈਕ ਮੂਵਮੈਂਟ ਚੱਲੀ ਅਮਰੀਕਾ 'ਚ ਤਾਂ ਮਾਰਟਿਨ ਲੂਥਰ ਕਿੰਗ ਨਜ਼ਰ ਆਏ, ਜੇ ਸਾਊਥ ਅਫਰੀਕਾ ਦੇ ਵਿੱਚ ਆਜ਼ਾਦੀ ਦੀ ਮੂਵਮੈਂਟ ਚੱਲੀ ਨੈਲਸਨ ਮੰਡੇਲਾ ਉਹਦਾ ਚਿਹਰਾ ਸੀ, ਜੇ ਭਾਰਤ ਦੇ ਵਿੱਚ ਆਜ਼ਾਦੀ ਦੀ ਮੂਵਮੈਂਟ ਚੱਲੀ ਤਾਂ ਦੂਸਰਿਆਂ ਦੇ ਨਾਲ ਨਾਲ ਮਹਾਤਮਾ ਗਾਂਧੀ ਉਹਦਾ ਚਿਹਰਾ ਬਣੇ। ਤਾਂ ਇੱਥੇ ਕੋਈ ਇੱਕ ਸਪਸ਼ਟ ਚਿਹਰਾ ਨਹੀਂ ਸੀ ਨਜ਼ਰ ਆ ਰਿਹਾ ਇਸ ਮੋਰਚੇ ਦੇ ਉੱਤੇ, ਸਿੰਘੂ ਬੈਰੀਅਰ ਦੇ ਉੱਤੇ। ਇਹ ਸਭ ਤੋਂ ਬੜੀ ਇਸ ਮੂਵਮੈਂਟ ਦੀ ਜਿਹੜੀ ਸਾਡੇ ਵਾਲੇ ਪੱਖ ਹੈ ਉੱਥੋਂ ਕਮਜ਼ੋਰੀ ਸੀ। ਲੇਕਿਨ ਹੁਣ ਜਿਹੜਾ ਹੈ ਗਾਜ਼ੀਪੁਰ ਬੈਰੀਅਰ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਚੌਧਰੀ ਰਾਕੇਸ਼ ਟਕੈਤ ਉਹਨਾਂ ਨੂੰ ਇੱਕ ਲੀਡਰਸ਼ਿਪ ਫੇਸ ਦੇ ਤੌਰ ਤੇ ਮੰਨਿਆ ਗਿਆ, ਔਰ ਮੈਂ ਇਸ 'ਚ ਮੈਨੂੰ ਕਹਿਣ ਦੇ ਵਿੱਚ ਕੋਈ ਅਤਕਥਨੀ ਨਹੀਂ ਕਿ ਜੇ ਲੀਡਰਸ਼ਿਪ ਦੇ ਵਿੱਚ ਦੁਬਾਰਾ ਤੋਂ ਜਾਨ ਫੂਕੀ ਗਈ ਹੈ ਜੇ ਇਸ ਅੰਦੋਲਨ ਦੇ ਵਿੱਚ, ਤਾਂ ਉਹ ਰਾਕੇਸ਼ ਟਕੈਤ ਦੀ ਜਿਹੜੀ ਉਹ ਇਮੋਸ਼ਨਲ ਸਪੀਚ ਸੀ ਜਿੱਥੇ ਉਹਨਾਂ ਦੇ ਹੰਝੂ ਵੀ ਕਿਰੇ, ਤਾਂ ਉਸ ਤੋਂ ਬਾਅਦ ਆਈ ਹੈ ਔਰ ਉਹ ਉਹਨਾਂ ਨੂੰ ਕਿਸਾਨਾਂ ਨੇ ਜਿਹੜਾ ਹੈ ਲੀਡਰ ਮੰਨਿਆ, ਔਰ ਸਾਡੇ ਜਿਹੜੇ ਪੰਜਾਬ ਦੇ ਕਿਸਾਨ ਦੇ ਨੇਤਾ ਨੇ ਉਹ ਵੀ ਜਾ ਕੇ ਉੱਥੇ ਉਹਨਾਂ ਦੇ ਨਾਲ ਖੜੇ ਨੇ। ਤੋ ਇਹ ਕੁਦਰਤੀ ਹੋਣਾ ਹੀ ਸੀ। ਜੇ ਇਸ ਅੰਦੋਲਨ ਨੇ ਕਾਮਯਾਬੀ ਨਾਲ ਅੱਗੇ ਨੂੰ ਚੱਲਣਾ ਤਾਂ ਇਹਦਾ ਕੋਈ ਨੇਤਾ ਦਾ ਚਿਹਰਾ, ਕੋਈ ਲੀਡਰਸ਼ਿਪ ਦਾ ਫੇਸ ਬਣਨਾ ਹੀ ਸੀ, ਤੇ ਉਹ ਚੌਧਰੀ ਰਾਕੇਸ਼ ਟਕੈਤ ਕੁਦਰਤੀ ਤੌਰ ਤੇ ਬਣ ਗਏ। ਉਹਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਕਿ ਪੰਜਾਬ ਦੇ ਨੇਤਾਵਾਂ ਨੂੰ ਪਿੱਛੇ ਧੱਕਿਆ ਜਾ ਰਿਹਾ ਜਾਂ ਉਹਨਾਂ ਨੂੰ ਕ੍ਰੈਡਿਟ ਨਹੀਂ ਦਿੱਤਾ ਜਾਏਗਾ। ਰਾਕੇਸ਼ ਟਕੈਤ ਬਰਾਬਰ ਕਹਿ ਰਹੇ ਹੈ ਕਿ ਇਹ ਅੰਦੋਲਨ ਪੰਜਾਬ ਤੋਂ ਸ਼ੁਰੂ ਹੋਇਆ, ਇਹਦਾ ਜਿਹੜਾ ਸ਼ੁਰੂਆਤ ਕਰਨ ਦਾ ਸਿਹਰਾ ਜਿਹੜਾ ਹੈ ਪੰਜਾਬੀਆਂ ਨੂੰ ਜਾਏਗਾ। ਇਤਿਹਾਸ ਤੋਂ ਉਠਲਾਇਆ ਨਹੀਂ ਜਾ ਸਕਦਾ, ਇਹ ਸਾਰਾ ਕੁਝ ਇਤਿਹਾਸ ਦਾ ਪਾਰਟ ਬਣੇਗਾ। ਹਾਂ, ਇਹ ਠੀਕ ਹੈ ਕਿ ਅਸੀਂ ਇੱਕ ਯੂਨੀਫਾਈਡ ਫੇਸ ਨਹੀਂ ਖੜਾ ਕਰ ਪਾਏ, ਔਰ ਜਿਹੜਾ ਕਿ ਸਾਰੇ ਦੇਸ਼ ਦੇ ਜਿਹੜੇ ਕਿਸਾਨ ਹੈ ਉਹਨਾਂ ਦੇ ਲਈ ਇੱਕ ਉਮੀਦ ਬਣਦਾ, ਉਹ ਉਮੀਦ ਹੁਣ ਲੋਕਾਂ ਨੂੰ ਚੌਧਰੀ ਰਾਕੇਸ਼ ਟਕੈਤ ਦੇ ਵਿੱਚ ਨਜ਼ਰ ਆਉਣ ਲੱਗ ਗਈ ਹੈ। ਸੋ ਇਸ ਕਰਕੇ ਫੋਕਸ ਉਹਨਾਂ ਦੇ ਉੱਤੇ ਹੋ ਗਿਆ। ਤੇ ਖਦਸ਼ਿਆਂ ਦਾ ਕੀ ਕਾਰਨ ਹੈ ਭੁੱਗਲ ਸਾਹਿਬ? ਇਹ ਲੋਕ ਜਿਹੜੇ ਖਦਸ਼ਾ ਜਤਾ ਰਹੇ ਨੇ ਇਹਨਾਂ ਦਾ ਕਾਰਨ ਕੀ ਹੈ? ਫਿਰ ਕੁਛ ਨਹੀਂ, ਇਹ ਇੱਕ ਕਿਸਮ ਦੀ ਜਿਹੜੀ ਹੈ ਕੋਸ਼ਿਸ਼ ਹੋ ਰਹੀ ਹੈ ਕਿ ਕੋਈ ਲੜਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਕੋਈ ਤਫਰਕਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਇਹਦੇ ਵਿੱਚ ਕੋਈ ਹੋਰ ਵਜ੍ਹਾ ਨਹੀਂ ਨਜ਼ਰ ਆਉਂਦੀ। ਇਹ ਜਦੋਂ ਮੂਵਮੈਂਟਸ ਚੱਲਦੀਆਂ ਹੁੰਦੀਆਂ ਨੇ ਉਹਦੇ ਵਿੱਚ ਕੁਦਰਤੀ ਤੌਰ ਦੇ ਉੱਤੇ ਜਿਹੜੇ ਹੈ ਉਹ ਲੀਡਰਸ ਇਮਰਜ ਕਰਦੇ ਆ। ਤੋ ਰਾਕੇਸ਼ ਟਕੈਤ ਜਿਹੜਾ ਹੈ ਉਹਨਾਂ ਨੇ ਇੱਕ ਇਤਿਹਾਸਿਕ ਮੂਵਮੈਂਟ ਦੇ ਉੱਤੇ ਕੁਝ ਬੋਲਿਆ, ਕੁਝ ਉਹਨਾਂ ਨੇ ਜਿਹੜਾ ਹੈ ਇਸ ਮੂਵਮੈਂਟ ਨੂੰ ਡਾਇਰੈਕਸ਼ਨ ਦਿੱਤੀ, ਤੇ ਉਹ ਕੁਦਰਤੀ ਤੌਰ ਦੇ ਉੱਤੇ ਇਸ ਤੇ ਜਿਹੜੇ ਆਲ ਇੰਡੀਆ ਲੈਵਲ ਦੇ ਨੇਤਾ ਇਮਰਜ ਹੋ ਰਹੇ ਨੇ। ਉਹਦੇ 'ਚ ਕਿਸੇ ਨੇ ਕੋਈ ਉਹਦੇ ਵਿੱਚ ਕੋਈ ਛੜਯੰਤਰ ਨਹੀਂ ਕੀਤਾ, ਕੋਈ ਉਹਦੇ ਵਿੱਚ ਮੈਨੀਪੂਲੇਸ਼ਨ ਨਹੀਂ ਹੋਈ। ਤੇ ਸੋਸ਼ਲ ਮੀਡੀਆ ਤੇ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਉਹਨਾਂ ਦੀ ਕੋਈ ਵਜ੍ਹਾ ਨਹੀਂ ਹੈ, ਉਹਨਾਂ ਦਾ ਕੋਈ ਮਤਲਬ ਨਹੀਂ ਬਣਦਾ ਇਸ ਤਰ੍ਹਾਂ ਦੀ ਗੱਲ ਕਰਨ ਦਾ। ਤਾਂ ਹੁਣ ਪੰਜਾਬ ਸਰਕਾਰ ਦੀ ਜੇਕਰ ਗੱਲ ਕਰੀਏ, ਪੰਜਾਬ ਸਰਕਾਰ ਦੇ ਵੱਲੋਂ ਕੱਲ ਇੱਕ ਐਲਾਨ ਕੀਤਾ ਗਿਆ ਸੀ ਪ੍ਰਤਾਪ ਸਿੰਘ ਬਾਜਵੇ ਦੇ ਵੱਲੋਂ। ਪਹਿਲਾਂ ਚਿੱਠੀ ਲਿਖੀ ਜਾਂਦੀ ਹੈ ਸੀਐਮ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਜਿਹੜੇ ਉੱਥੋਂ ਲੋਕ ਹੈ ਗਾਇਬ ਹੋਇਆ 26 ਜਨਵਰੀ ਵਾਲੇ ਦਿਨ, ਹਾਲੇ ਤੱਕ ਮਿਲ ਨਹੀਂ ਰਹੇ, ਤੇ ਆਪਾਂ ਨੂੰ ਦੇਸ਼ ਦੇ ਗ੍ਰਹਿ ਮੰਤਰੀ ਨੂੰ ਮਿਲ ਕੇ ਮੀਟਿੰਗ ਕਰਕੇ ਪਤਾ ਕਰਵਾਉਣਾ ਚਾਹੀਦਾ ਕਿ ਉਹ ਕਿੱਥੇ ਪੁਲਿਸ ਨੇ ਗ੍ਰਿਫਤਾਰ ਕੀਤੇ ਤੇ ਕਿੱਥੇ ਰੱਖੇ ਗਏ ਆ। ਤਾਂ ਉਸ ਤੋਂ ਬਾਅਦ ਸ਼ਾਮ ਨੂੰ ਕੱਲ ਬਿਆਨ ਆਉਂਦਾ ਪੰਜਾਬ ਸਰਕਾਰ ਦਾ ਕਿ ਅਸੀਂ ਜਿਹੜਾ ਹੈਗਾ ਅੰਦੋਲਨ ਦੇ ਵਿੱਚ ਬੈਠੇ ਕਿਸਾਨਾਂ ਦੀ ਸੁਰੱਖਿਆ ਦੇ ਲਈ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਨੂੰ ਕਹਾਂਗੇ ਕਿ ਤੁਸੀਂ ਆਪਣੀ ਫੋਰਸ ਇੱਥੇ ਲਗਾਓ ਤੇ ਅਸੀਂ ਜਿਹੜਾ ਉਹਨਾਂ ਦਾ ਖਰਚਾ ਦੇਵਾਂਗੇ। ਤਾਂ ਉਸ ਤੋਂ ਬਾਅਦ ਨਾਲ ਹੀ ਨਾਲ ਉਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਜਿੰਨੇ ਲੋਕ ਉੱਥੇ ਫੜੇ ਗਏ ਨੇ ਉਹਨਾਂ ਨੂੰ ਛਡਵਾਉਣ ਦਾ ਤੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਛਡਵਾ ਕੇ ਵੀ ਲਿਆਵਾਂਗੇ, ਤੇ ਉਹਨਾਂ ਦਾ ਜਿਹੜਾ ਜ਼ਮਾਨਤ ਦੀ ਹੈਗੀ ਆ ਸਾਰੀ ਪ੍ਰੋਸੀਜਰ ਉਹ ਵੀ ਅਸੀਂ ਆਪਣੇ ਵੱਲੋਂ ਕਰਾਂਗੇ ਤੇ ਆਪਣੇ ਖਰਚੇ ਦੇ ਉੱਪਰ ਕਰਾਂਗੇ। ਨਹੀਂ, ਇਹ ਠੀਕ ਹੈ। ਕਿਆ ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਸਰਕਾਰ ਉੱਥੇ ਬੈਠੇ ਲੋਕਾਂ ਨੂੰ ਆਪਣੀ ਪੁਲਿਸ ਦੀ, ਪੰਜਾਬ ਪੁਲਿਸ ਦੀ ਸੁਰੱਖਿਆ ਲੰਬੇ ਸਮੇਂ ਲਈ ਮੁਹੱਈਆ ਨਹੀਂ ਕਰਵਾ ਸਕਦੀ। ਕਾਨੂੰਨੀ ਅੜਚਨਾ ਉਹਦੇ ਵਿੱਚ ਆ ਜਾਂਦੀਆਂ ਕਿਉਂਕਿ ਲਾਅ ਐਂਡ ਆਰਡਰ ਸਟੇਟ ਦਾ ਮਾਮਲਾ, ਉਹ ਹਰਿਆਣਾ ਦੀ ਟੈਰੀਟਰੀ 'ਚ ਬੈਠੇ ਆ, ਦਿੱਲੀ ਦੀ ਟੈਰੀਟਰੀ 'ਚ ਬੈਠੇ ਆ, ਤਾਂ ਉਹ ਉੱਥੋਂ ਦਾ ਸਬਜੈਕਟ ਹੋ ਜਾਂਦੇ ਆ ਜਿੱਥੋਂ ਤੱਕ ਲਾਅ ਐਂਡ ਆਰਡਰ ਦਾ ਜਾਂ ਸੁਰੱਖਿਆ ਦਾ ਸੰਬੰਧ ਹੈ। ਦੂਸਰੀ ਜਿਹੜੀ ਗੱਲ ਇਹ ਕਹੀ ਗਈ ਹੈ ਕਿ ਗ੍ਰਹਿ ਮੰਤਰੀ ਨਾਲ ਮਿਲ ਕੇ ਉਹਨਾਂ ਨੂੰ ਪਤਾ ਲਗਾਇਆ ਜਾਏਗਾ ਲੋਕਾਂ ਦੀ। ਹਾਂ ਠੀਕ ਹੈ, ਮੁੱਖ ਮੰਤਰੀ ਨੂੰ ਜਾਣਾ ਚਾਹੀਦਾ ਹੈ। ਇਹ ਗੱਲ ਕਹੀ ਹੈ ਕਿ ਕੇਂਦਰ ਆਪਣੀ ਉੱਥੇ ਫੋਰਸ ਲਗਾਵੇ, ਜਿਹੜਾ ਉਹਨਾਂ ਦਾ ਖਰਚਾ ਆਊਗਾ ਉਹ ਅਸੀਂ ਦੇਵਾਂਗੇ ਪੰਜਾਬ ਸਰਕਾਰ ਦੇ ਵੱਲੋਂ।
ਉਹ ਫੋਰਸ ਜਿਹੜੀ ਕੇਂਦਰ ਦੀ ਲੱਗੀ ਹੋਈ ਹੈ ਉਹ ਉੱਥੇ ਕੀ ਕਰ ਰਹੀ ਹੈ, ਤੇ ਤੁਸੀਂ ਆਪਣਾ ਖਰਚਾ ਦੇ ਕੇ ਫਿਰ ਆਪਣੇ ਲੋਕਾਂ ਨੂੰ ਉਹਨਾਂ ਤੋਂ ਜੁੱਤੀਆਂ ਮਰਵਾਉਣਾ ਚਾਹੁੰਦੇ ਹੋ, ਉਹਦੇ ਤੋਂ ਲਗਵਾ ਲਓ। ਉਹਦਾ ਕੋਈ ਫਾਇਦਾ ਨਹੀਂ ਹੋਏਗਾ, ਕਿਉਂਕਿ ਉਸ ਫੋਰਸ ਦਾ ਜਦੋਂ ਜਿਸ ਫੋਰਸ ਦਾ ਤੁਹਾਡੇ ਕਹਿਣੇ 'ਚ ਹੀ ਨਹੀਂ ਹੈ, ਜਾਂ ਜਿਹੜੀ ਫੋਰਸ ਪੱਖਪਾਤੀ ਹੋ ਚੁੱਕੀ ਹੈ, ਹਾਂ, ਉਹਦਾ ਕੋਈ ਫਾਇਦਾ ਨਹੀਂ ਹੈ। ਬਾਕੀ ਜਿਹੜਾ ਇਹਨਾਂ ਨੇ ਕਿਹਾ ਕਿ ਅਸੀਂ ਕਾਨੂੰਨੀ ਖਰਚਾ ਦੇਵਾਂਗੇ, ਜ਼ਮਾਨਤਾਂ ਦਾ ਖਰਚਾ ਦੇਵਾਂਗੇ, ਜਾਂ ਜਿਹੜੇ ਕੋਈ ਕੇਸ ਲੜਨੇ ਪੈਣਗੇ ਉਹਨਾਂ ਦਾ ਖਰਚਾ ਦੇਵਾਂਗੇ, ਹਾਂ ਠੀਕ ਹੈ, ਉਹ ਹੋ ਸਕਦਾ ਹੈ ਉਸ ਦਾ ਕੁਛ ਨਾ ਕੁਛ ਪ੍ਰਾਵਧਾਨ ਕੀਤਾ ਜਾ ਸਕੇ। ਉਹ ਸੋਸ਼ਲ ਫੋਰਮ ਵੀ ਜਿਹੜੇ ਹੈ ਕਈ किसान जथेबंदियां दे कीते वो कर रहे हैं। इवन चौधरी राकेश टिकैत ने कहा कि हम उनको सबको जो है रिहा करवाएंगे, कंडीशन उन्होंने लगाई है इस गल दी कि गलबात उदों चलूगी जो इन्हों तुसीं रिहा करोगे। तो सरकार ने कहता ठीक है, लेकिन गल तो यह है कि मुख मंत्री नूं हुण तक चले जाना चाहिए सी अमित शाह कोल। वैसे तो वो चले ही जाते हैं जो उन्होंने आप लोड़ हुंदी है, बट इस इशू के उत्ते भी उन्होंने हुण तक उत्थे पहुंचे होना चाहिए सी, मिल के उहदे नाल गल करदे कि इन्हां लोकां दा दसो कित्थे है, इन्हां नूं रिहा करो। लेकिन एज यूजुअल जिस तरह वो करदे है, उन्होंने कोई ये बारे कोशिश नहीं की। सरदार प्रताप सिंह बाजवा ने चिट्ठी लिखी तो फिर ये बयान आ गया। तो पंजाब सरकार दा जिहड़ी है ढिल मठ वाली नीति उस तरह जारी है इस मामले दे विच। ਇੱਕ ਭੋਗਲ ਸਾਹਿਬ, ਜੇਕਰ ਆਪਾਂ ਭਾਰਤ ਤੋਂ ਬਾਹਰ ਦੀ ਗੱਲ ਕਰੀਏ ਤਾਂ ਬਰਮਾ ਦੇ ਵਿੱਚ ਜਿਹੜਾ ਹੈਗਾ ਫੌਜ ਨੇ ਕਹਿੰਦੇ ਰਾਜ ਤਖਤਾ ਪਲਟ ਦਿੱਤਾ, ਉਹ ਕੀ ਪੂਰਾ ਮਾਮਲਾ ਹੈਗਾ? ਸੁਖਵਿੰਦਰ, ਬਰਮਾ ਸਾਡੀ ਜਿਹੜੀ ਪੂਰਬੀ ਸਰਹੱਦ ਹੈ ਉਸ ਦੇ ਨਾਲ ਦੇਸ਼ ਲੱਗਦਾ ਹੈ, ਨਾਗਾਲੈਂਡ ਔਰ ਮਨੀਪੁਰ ਦੇ ਨਾਲ ਸਾਡਾ ਉਹਦਾ ਬਾਰਡਰ ਹੈ। बड़े साढ़े इतिहासिक संबंध उस देश नाल रहे हैं, लेकिन क्योंकि असी पश्चिमी भारत दे विच बैठे हैं तो बहुता ध्यान उधर नहीं जाता। उत्थे बड़े सालों तो फौजी राज रहा, फिर उत्थे बड़ा संघर्ष होया। एक औरत नेता औंग सान सू ची ने 15 साल उन्होंने घर च नज़रबंद रखा गया। उन्होंने डेमोक्रेसी की मूवमेंट चलाई, नोबल प्राइज़ भी उन्होंने मिला सी, नोबल प्राइज़ फॉर पीस। 2015 ਦੇ ਵਿੱਚ ਫਿਰ ਫਾਈਨਲੀ ਉੱਥੇ ਲੋਕਤੰਤਰੀ ਸਰਕਾਰ ਜਿਹੜੀ ਹੈ ਉਹਦਾ ਗਠਨ ਹੋਇਆ ਔਰ 5 ਸਾਲ ਸਰਕਾਰ ਚੱਲੀ, ਲੇਕਿਨ ਉਹਦੇ ਵਿੱਚ ਵੀ ਫੌਜ ਦੀ ਥੋੜੀ ਬਹੁਤੀ ਦਖਲਅੰਦਾਜ਼ੀ ਜਿਹੜੀ ਹੈ ਰਹੀ। ਤੋ ਲੱਗਦਾ ਸੀ ਕਿ ਬਰਮਾ ਦੇ ਵਿੱਚ ਲੋਕਤੰਤਰ ਜਿਹੜਾ ਹੈ ਉਹ ਚੱਲਦਾ ਰਹੇਗਾ, ਲੇਕਿਨ ਪਿਛਲੇ ਕੁਝ ਦਿਨਾਂ ਤੋਂ ਖਬਰਾਂ ਆ ਰਹੀਆਂ ਸੀ, ਖਾਸ ਤੌਰ ਤੇ ਨਵੰਬਰ 2020 ਦੇ ਵਿੱਚ ਉੱਥੇ ਦੁਬਾਰਾ ਇਲੈਕਸ਼ਨ ਹੋਏ, 5 ਸਾਲਾ ਇਲੈਕਸ਼ਨ ਜਿਹੜੇ ਹੋਣੇ ਸੀਗੇ। ਉਹਦੇ ਵਿੱਚ ਔਂਗ ਸਾਨ ਸੂ ਚੀ ਦੀ ਜਿਹੜੀ ਪਾਰਟੀ ਹੈ ਨੈਸ਼ਨਲ ਲੀਗ ਫॉर ਡੈਮੋਕ੍ਰੇਸੀ, ਉਸ ਨੂੰ ਬਹੁਤ ਭਾਰੀ ਬਹੁਮਤ ਦੁਆਰਾ ਮਿਲਿਆ ਤੇ ਫੌਜ ਨੂੰ ਜਿਹੜਾ ਹੈ ਡਰ ਪੈਦਾ ਹੋ ਗਿਆ ਕਿ ਹੌਲੀ ਹੌਲੀ ਬਰਮਾ ਜਿਹੜਾ ਹੈ ਇਹਦੀ ਹਕੂਮਤ ਸਾਡੇ ਹੱਥਾਂ ਤੋਂ ਬਾਹਰ ਚਲੀ ਜਾਏਗੀ ਔਰ ਅਲਟੀਮੇਟਲੀ ਔਂਗ ਸਾਨ ਸੂ ਚੀ ਸੰਵਿਧਾਨ 'ਚ ਸੰਸ਼ੋਧਨ ਕਰਕੇ ਫੌਜ ਦਾ ਜਿਹੜਾ ਦਖਲਅੰਦਾਜ਼ੀ ਹੈ ਉਸ ਨੂੰ ਘਟਾ ਦੇਗੀ। तो कल पता लग्या कि उसने फौज ने औंग सान सू ची नूं, बर्मा के राष्ट्रपति नूं और जिन्ने तमाम सरकार के वड्डे नेता सीगे उन्हां नूं फिर तो हिरासत च लै लिया और जिहड़ी है सरकार की जिहड़ी सत्ता है वो अपने हत्थां दे विच जिहड़ी है लै ली है। ये बड़ी दुखदाई घटना है क्योंकि उत्थों के लोगों ने बहुत ज़्यादा जिहड़ा है स्ट्रगल कीती सी, बहुत लोग मारे गए सीगे। जिहड़ी 15 साला उत्थे संघर्ष होया आज़ादी के बारे ਅਸੀਂ ਜਾਣਦੇ ਹਾਂ, ਜਦੋਂ ਇਹੋ ਜਿਹੀਆਂ ਸ਼ਕਤੀਆਂ ਦੇ ਖਿਲਾਫ ਲੜਨਾ ਪੈਂਦਾ ਹੋਵੇ ਤਾਂ ਕਿੰਨੀ ਕੁਰਬਾਨੀ ਦੇਣੀ ਪੈਂਦੀ। ਅਸੀਂ ਆਪਣੇ ਦੇਸ਼ ਦੇ ਵਿੱਚ ਫਾਸੀਵਾਦੀ ਸ਼ਕਤੀਆਂ ਦੇ ਖਿਲਾਫ ਇਸ ਵੇਲੇ ਲੜ ਰਹੇ ਹਾਂ, ਲੋਕ ਕੁਰਬਾਨੀ ਦੇ ਰਹੇ, ਉੱਥੇ ਤਾਂ ਬਹੁਤ ਬੜਾ ਮਸਲਾ ਹੈ। ਉਹ ਇੱਕ ਜਿਹੜੀ ਹੈ ਬੜੀ ਹੀ ਚਿੰਤਾਜਨਕ ਘਟਨਾ ਜਿਹੜੀ ਹੈ ਸਾਡੇ ਪੂਰਬੀ ਗੁਆਂਢ ਦੇ ਵਿੱਚ ਹੋਈ ਹੈ। ਇਹਦੇ ਬਾਰੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਦੇਖਦੇ ਰਵਾਂਗੇ। ਇੰਟਰਨੈਸ਼ਨਲ ਪ੍ਰੈਸ਼ਰ ਬਣ ਰਿਹਾ ਹਾਲਾਂਕਿ ਉੱਥੇ ਉਹਨਾਂ ਦੇ ਉੱਤੇ ਕਿ ਇਹਨਾਂ ਨੂੰ ਰਿਹਾ ਕੀਤਾ ਜਾਵੇ, ਲੇਕਿਨ ਆਉਣ ਵਾਲੇ ਦਿਨਾਂ 'ਚ ਦੇਖਣਾ ਹੋਏਗਾ ਕਿ ਇਹ ਸਾਰੀਆਂ ਘਟਨਾਕ੍ਰਮ ਜਿਹੜਾ ਹੈ ਕਿਸ ਪਾਸੇ ਨੂੰ ਜਾਂਦਾ ਹੈ। ਸੋ ਇਹਦੇ ਬਾਰੇ ਉੱਤੇ ਵੀ ਸਾਨੂੰ ਨਜ਼ਰ ਰੱਖਣੀ ਪਏਗੀ। ਜੀ, ਆਖਰੀ ਗੱਲਬਾਤ ਜੇ ਫਿਰ ਤੋਂ ਪੰਜਾਬ ਦੇ ਬਾਰੇ ਕਰੀਏ, ਜਿਹੜਾ ਦੀਪ ਸਿੱਧੂ ਸੀ ਪੰਜਾਬੀ ਐਕਟਰ, ਤਾਂ ਉਹਦੇ ਤੇ ਕਈ ਤਰ੍ਹਾਂ ਦੇ ਹੁਣ ਸਰਕਾਰ ਵੀ ਜਿਹੜੀ ਆਪਣੇ ਵੱਲੋਂ ਕੋਸ਼ਿਸ਼ ਕਰ ਰਹੀ ਹੈ ਪਰਚਾ ਦਰਜ ਕਰਨ ਦੀ, ਚਾਹੇ ਉਹ ਜਿਵੇਂ ਆਪਾਂ ਕਹੀਏ ਖਾਨਾ ਪੂਰਤੀ ਹੋਵੇ, ਤਾਂ ਦੂਜੇ ਪਾਸੇ ਲੋਕਾਂ ਦਾ ਵੀ ਉਹਨੂੰ ਭਾਰੀ ਰੋਸ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ। ਥਾਂ ਉਹਦੇ ਪੋਸਟਰ ਵੀ ਲੱਗ ਚੁੱਕੇ ਨੇ ਦੀਪ ਸਿੱਧੂ ਗਦਾਰ ਦੇ। ਤਾਂ ਹੁਣ ਕੱਲ ਲਾਈਵ ਹੋਇਆ, ਲਾਈਵ ਹੋ ਕੇ ਉਹਨੇ ਬੜਾ ਰੋ ਪਿੱਟ ਕੇ ਆਪਦੇ ਆਪ ਨੂੰ ਸੱਚਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਨੀ ਦਿਓਲ ਨੂੰ ਵੀ ਇਹ ਗੱਲ ਕਹੀ ਹੈ ਕਿ ਮੈਂ ਤੁਹਾਡੇ ਨਾਲ ਖੜਾ, ਤੁਸੀਂ ਮੇਰੇ ਨਾਲ ਖੜੇ ਨਹੀਂ ਜਦੋਂ ਲੋੜ ਸੀ। ਤਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਦੀਪ ਸਿੱਧੂ ਦੇ ਵੱਲੋਂ ਰੋ ਕੇ ਕਹੀਆਂ ਗਈਆਂ ਨੇ। ਕਹਿੰਦਾ ਕਿ ਮੈਂ ਝੂਠਾ ਨਹੀਂ ਆ, ਤਾਂ ਮੈਂ ਆਪਣੇ ਆਪ ਨੂੰ ਸੱਚਾ ਸਾਬਤ ਕਰਾਂਗਾ, ਟਾਈਮ ਆਉਣ ਤੇ ਸਭ ਕੁਝ ਹੋ ਜਾਏਗਾ। ਕਿਵੇਂ ਦੇਖਦੇ ਹੋ ਅਜਿਹੇ ਹਾਲਾਤਾਂ ਨੂੰ ਦੀਪ ਸਿੱਧੂ ਦੀਆਂ? ਸੁਖਵਿੰਦਰ, ਦੀਪ ਸਿੱਧੂ ਦੇ ਰੋਣਾ ਜਾਂ ਉਹ ਜੋ ਮਰਜ਼ੀ ਹੁਣ ਉਹ ਕਹਿ ਦੇਵੇ, ਉਸ ਨੂੰ ਉਹਦੀ ਕੀ ਅਹਿਮੀਅਤ ਰਹਿ ਗਈ? ਉਸਨੇ ਅੰਦੋਲਨ ਨੂੰ ਤਾਂ ਇੱਕ ਵਾਰੀ ਤਾਂ ਇੰਨੀ ਜ਼ਬਰਦਸਤ ਗਲਤ ਰਸਤੇ ਤੇ ਚਲਾ ਕੇ ਉਹਨੂੰ ਢਾਹ ਲਾਉਣ ਦੀ ਪੂਰੀ ਕੋਸ਼ਿਸ਼ ਹੋ ਗਈ ਸੀ ਉਹਦੇ ਚੋਂ ਸਭ ਤੋਂ ਅੱਗੇ ਸੀ, ਪੇਸ਼ ਸੀ। ਤੇ ਹੁਣ ਉਹ ਸਫਾਈ ਦੇ ਕੇ ਕੀ ਕਹਿਣਾ ਚਾਹੁੰਦਾ ਹੁਣ ਸਨੀ ਦਿਓਲ ਜਾਂ ਧਰਮਿੰਦਰ ਦੀ ਫੈਮਿਲੀ ਨੂੰ ਨਾਲ ਖੜਾ ਕਰਕੇ ਕੀ ਕਹਿਣਾ ਚਾਹੁੰਦਾ ਉਹ ਪਤਾ ਨਹੀਂ। ਉਹ ਤਾਂ ਪਹਿਲਾਂ ਵੀ ਨਹੀਂ ਬੋਲੇ ਪੰਜਾਬ ਦੇ ਮਸਲੇ ਤੇ, ਉਹ ਤਾਂ ਬੀਜੇਪੀ ਮੋਦੀ ਦੇ ਨਾਲ ਹੈ ਤੇ ਹੁਣ ਵੀ ਉਹ ਨਹੀਂ ਬੋਲਣਗੇ। ਸੋ ਠੀਕ ਹੈ, ਉਹ ਸਫਾਈ ਦੇ ਰਿਹਾ ਆਪਣੀ। ਈਵਨ ਲੱਖਾ ਸਦਾਣਾ ਨੇ ਵੀ ਕੁਛ ਨਾ ਕੁਛ ਆਪਣਾ ਜਿਹੜਾ ਸਫਾਈ ਦੇ ਵਿੱਚ ਬੋਲਿਆ, ਲੇਕਿਨ
ਪ੍ਰਤੱਖ ਜ਼ਾਹਰ ਹੈ ਕਿ ਉਹਨਾਂ ਦੀਆਂ ਇਹਨਾਂ ਕੀਤੀਆਂ ਕਾਰਵਾਈਆਂ ਨਾਲ ਜਿਹੜਾ ਹੈ ਕਿਸਾਨ ਅੰਦੋਲਨ ਦੇ ਵਿੱਚ ਇੱਕ ਬੜੇ ਸੋਹਣੇ ਚੱਲਦੇ ਅੰਦੋਲਨ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਹੈ ਗਿਰਾਵਟ ਆਈ। ਔਰ ਹੁਣ ਤੱਕ ਵੀ ਸਿੰਘੂ ਬੈਰੀਅਰ ਜਿਹੜਾ ਹੈਗਾ ਉੱਥੇ ਅਸੀਂ ਮੁਸ਼ਕਲਾਂ ਫੇਸ ਕਰ ਰਹੇ ਹਾਂ। ਇੰਨੇ ਲੋਕ ਕੁੱਟੇ ਗਏ, ਮਾਰੇ ਗਏ ਉੱਥੇ, ਉਹਨਾਂ ਦੇ ਟਰੈਕਟਰ ਔਰ ਗੱਡੀਆਂ ਉਹਨਾਂ ਦੀਆਂ ਨੁਕਸਾਨ ਹੋਈਆਂ, ਪੁਲਿਸ ਦਾ ਵੀ ਨੁਕਸਾਨ ਹੋਇਆ, ਨੋ ਡਾਊਟ। ਤੋ ਇਹ ਸਾਰੇ ਦੀ ਜ਼ਿੰਮੇਵਾਰੀ ਉਹਨਾਂ ਦੇ ਸਿਰ ਦੇ ਉੱਤੇ ਹੈ। ਉਹ ਸਰਕਾਰ ਦੇ ਨਾਲ ਉਹਨਾਂ ਦੀ ਜਿਹੜੀ ਗੱਲਬਾਤ ਚੱਲੀ, प्रत्यक्ष जड़ा है, राकेश टिकैत ने भी किया अपनी स्पीच दे विच कि सरकार के अफसर उनसे आके मिलते रहे हैं, हमारे पास रिकॉर्डिंग है। तो सारा एविडेंस जो अवेलेबल है, तो हुण दीप सिद्धू की गल कौन मनूगा? ये तो उन्होंने पहला सोचना चाहिए सीगा कि लोग मूर्ख नहीं हैगे। ये जमाना जिहड़ा हैगा उस तरह का नहीं है कि अंदर नेरे च बैठ के तुसीं कुछ कर लो तो बाद कुछ करो। अल्टीमेटली सच्चाई सामने आ जाती है, तो सामने आ चुकी है। तो मैनूं नहीं लगता कि हुण दीप सिद्धू नूं कोई इस तरह कोई घाह पाएगा जां उसनूं कोई सीरियसली लएगा इस मामले च। He should be out and he is out of Punjab politics scenario. जी ਭੁੱਗਲ ਸਾਹਿਬ ਜੀ ਤੁਹਾਡੇ ਨਾਲ ਜੁੜੇ ਤੇ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਵਿਚਾਰ ਚਰਚਾ ਕੀਤੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਔਰ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ। ਤਾਂ ਇਹ ਸਨ ਪ੍ਰੋਫੈਸਰ PS ਭੁੱਗਲ ਸਾਹਿਬ, ਜਿਨ੍ਹਾਂ ਦੇ ਵੱਲੋਂ ਸਾਡੇ ਨਾਲ ਮਿਲ ਕੇ ਇਹਨਾਂ ਖਬਰਾਂ ਦੇ ਉੱਪਰ ਵਿਚਾਰ ਚਰਚਾ ਕੀਤੀ ਗਈ। ਉਮੀਦ ਕਰਦੇ ਹਾਂ ਕਿ ਭੁੱਗਲ ਸਾਹਿਬ ਦੇ ਵਿਚਾਰ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।